ਅੱਜ ਕੱਚੇ ਅਧਿਆਪਕਾਂ ਲਈ ਵੱਡਾ ਦਿਨ 12,500 ਕੱਚੇ ਅਧਿਆਪਕ ਹੋਣਗੇ ਪੱਕੇ। ਮੁੱਖ ਮੰਤਰੀ ਮਾਨ ਅਧਿਆਪਕਾਂ ਨੂੰ ਪੱਕੇ ਕਰਨ ਦੇ ਦੇਣਗੇ ਲੈਟਰਸ। ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਹੋਵੇਗਾ ਸਮਾਗਮ। ਮੁੱਖ ਮੰਤਰੀ ਮਾਨ ਦਾ ਮਨਪ੍ਰੀਤ ਬਾਦਲ ਤੇ ਵੱਡਾ ਹਮਲਾ, ਕਿਹਾ ਇਮਾਨਦਾਰੀਆਂ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਨੂੰ ਤੁਹਾਡੇ ਬਾਗਾਂ ਦੇ ਕੱਲੇ-ਕੱਲੇ ਕਿਹਨੂੰ ਦਾ ਪਤਾ। ਸਪੈਸ਼ਲ ਸੈਸ਼ਨ ਨੂੰ ਲੈ ਕੇ ਹੁਣ ਗਵਰਨਰ ਦਾ ਵੱਡਾ ਬਿਆਨ, ਕਿਹਾ ਜੇ ਸੈਸ਼ਨ ਗੈਰ ਕਾਨੂੰਨੀ ਤਾਂ ਫਿਰ ਉਸ 'ਚ ਹੋਇਆ ਕੰਮ ਵੀ ਗੈਰ ਕਾਨੂੰਨੀ। ਸੀਐਮ ਕੋਲੋਂ ਹੋਵੇਗੀ ਸੰਵਿਧਾਨ ਦੀ ਅਲੱਗ ਕਿਤਾਬ। ਸੀਐਮ ਨੇ ਕੀਤਾ ਸੀ ਦਾਅਵਾ, ਥੋੜਾ ਇੰਤਜ਼ਾਰ ਕਰੋ, ਚਾਰੇ ਬਿੱਲ ਹੋਣਗੇ ਪਾਸ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟੀ ਪੰਜਾਬ ਭਾਜਪਾ। ਸੁਨੀਲ ਜਾਖੜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦਾ ਕਰਨਗੇ ਦੌਰਾ, ਪਾਰਟੀ ਵਰਕਰਾਂ ਦੇ ਨਾਲ ਕਰਨਗੇ ਬੈਠਕ। ਸੰਸਦ ਦੇ ਮੌਨਸੂਨ ਸੈਸ਼ਨ ਦੀ ਕਾਰਵਾਈ ਦਾ ਅੱਜ 6ਵਾਂ ਦਿਨ। ਮਣੀਪੁਰ ਹਿੰਸਾ ਨੂੰ ਲੈ ਕੇ ਰੇੜਕਾ ਜਾਰੀ ਰਹਿਣ ਦੇ ਆਸਾਰ। ਬੀਤੇ ਦਿਨੀ ਵੀ ਵਿਰੋਧੀ ਧਿਰਾਂ ਨੇ ਘੇਰੀ ਸੀ ਸਰਕਾਰ। ਬੀਜੇਪੀ ਆਰਐਸ ਤੇ ਰਾਹੁਲ ਗਾਂਧੀ ਦਾ ਵੱਡਾ ਹਮਲਾ, ਬੋਲੇ ਸੱਤਾ ਲਈ ਪੰਜਾਬ ਹਰਿਆਣਾ ਸਣੇ ਸਾਰੇ ਦੇਸ਼ ਨੂੰ ਸਾੜ ਸਕਦੀ ਹੈ ਬੀਜੇਪੀ ਆਰਐਸਐਸ। ਦੇਸ਼ ਦੇ ਦੁੱਖ ਦਰਦ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ। ਇੰਡੀਆ ਗਠਜੋੜ ਤੇ ਮੁੜ ਜੰਮ ਕੇ ਵਰੇ ਪ੍ਰਧਾਨ ਮੰਤਰੀ ਮੋਦੀ, ਬੋਲੇ ਨਵੇਂ ਲੇਬਲ ਨਾਲ ਪੁਰਾਣੇ ਕਾਰਨਾਮੇ ਲੁਕਾਉਣਾ ਚਾਹੁੰਦੇ ਨੇ ਵਿਰੋਧੀ। ਨਾਮ 'ਚ ਇੰਡੀਆ ਪਰ ਕੰਮ ਉਹੀ ਪੁਰਾਣਾ। ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ। ਜੰਮੂ ਕਸ਼ਮੀਰ ਅਸੈਂਬਲੀ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਰਾਖਵੀਆਂ ਰੱਖੀਆਂ ਜਾਣ 2 ਸੀਟਾਂ। ਕਸ਼ਮੀਰੀ ਪੰਡਤਾਂ ਦੇ ਤਰਜ਼ ਤੇ ਮਿਲੇ ਰਿਜ਼ਰਵੇਸ਼ਨ। ਦਿੱਲੀ 'ਚ 45 ਸਾਲ ਦੀ ਮਹਿਲਾ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ। ਫਿਰ ਘਰ ਪਹੁੰਚ ਕੇ 23 ਸਾਲਾ ਹਮਲਾਵਰ ਨੇ ਕੀਤੀ ਖੁਦਕੁਸ਼ੀ। ਇੱਕ ਦੂਜੇ ਨੂੰ ਜਾਣਦੇ ਸਨ ਦੋਵੇਂ। ਗੁਰਦਾਸਪੁਰ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ। 17 ਪੈਕੇਟ ਹੈਰੋਇਨ ਕੀਤੀ ਬਰਾਮਦ। ਇੱਕ ਮਹਿਲਾ ਸਮੇਤ 3 ਮੁਲਜ਼ਮ ਗ੍ਰਿਫਤਾਰ। ਸ਼੍ਰੀਨਗਰ ਤੋਂ ਲਿਆ ਰਹੇ ਸੀਗੇ ਖੇਤ। ਸੰਗਰੂਰ ਦੇ ਲਹਿਰਾਗਾਗਾ 'ਚ ਸਫਾਈ ਕਰਮਚਾਰੀ ਦੀ ਮੌਤ ਦਾ ਮਾਮਲਾ ਗਰਮਾਇਆ। ਪਰਿਵਾਰ ਅਤੇ ਜਥੇਬੰਦੀਆਂ ਦਾ ਅੱਜ ਲਹਿਰਾਗਾਗਾ ਬੰਦ ਦਾ ਐਲਾਨ। ਸਰਕਾਰੀ ਨੌਕਰੀ ਅਤੇ 10 ਲੱਖ ਦੇ ਮੁਆਵਜ਼ੇ ਦੀ ਕੀਤੀ ਮੰਗ। ਅੱਜ ਤੋਂ ਕੰਮ ਤੇ ਪਰਤਣਗੇ ਰੈਵਨਿਊ ਵਿਭਾਗ ਦੇ ਅਧਿਕਾਰੀ। ਦੱਸਦੇ ਕਿ ਕੱਲ ਡੀਸੀ ਐਸਡੀਐਮ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਵੀ ਖਤਮ ਕਰ ਦਿੱਤੀ ਸੀ ਹੜਤਾਲ। ਐਮਐਲਏ ਦਿਨੇਸ਼ ਚੱਡਾ ਦੇ ਸਪਸ਼ਟੀਕਰਨ ਤੋਂ ਬਾਅਦ ਕੰਮ ਤੇ ਪਰਤੇ। ਨਸ਼ੇ ਦੇ ਖਿਲਾਫ ਜਾਰੀ ਹੈ ਪੰਜਾਬ ਪੁਲਿਸ ਦਾ ਆਪਰੇਸ਼ਨ ਕਾਸੋ। ਅੱਜ ਪਟਿਆਲਾ 'ਚ ਚਲਾਈ ਜਾਵੇਗੀ ਮੁਹਿੰਮ। ਸ਼ੱਕੀ ਵਿਅਕਤੀਆਂ ਦੇ ਘਰਾਂ ਤੇ ਹੋਵੇਗੀ ਰੇਡ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ। ਸੀਐਮ ਮਾਨ ਕੱਚੇ ਅਧਿਆਪਕਾਂ ਨੂੰ ਅੱਜ ਸੌਗਾਤ ਦੇਣ ਜਾ ਰਹੇ ਨੇ। ਕੱਚੇ ਅਧਿਆਪਕਾਂ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ। ਦੱਸਦੇ ਕਿ 12,500 ਅਧਿਆਪਕ ਪੱਕੇ ਕੀਤੇ ਜਾਣਗੇ ਤੇ ਸੀਐਮ ਭਗਵੰਤ ਮਾਨ ਖੁਦ ਇਹਨਾਂ ਜੋ ਕੱਚੇ ਅਧਿਆਪਕ ਨੇ ਉਹਨਾਂ ਨੂੰ ਲੈਟਰਸ ਵੰਡਣਗੇ। ਸੀਐਮ ਖੁਦ ਵੰਡਣਗੇ ਲੈਟਰਸ। ਦੱਸਦੇ ਪੱਕੇ ਕਰਨ ਦੇ ਲੈਟਰਸ ਵੰਡੇ ਜਾਣਗੇ। ਅੱਜ ਸਵੇਰੇ 11 ਵਜੇ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਆ ਸਮਾਗਮ ਰੱਖਿਆ ਗਿਆ ਹੈ ਤੇ ਕੱਚੇ ਅਧਿਆਪਕਾਂ ਲਈ ਅੱਜ ਵੱਡਾ ਦਿਨ ਹੈ। ਦੱਸਦੇ ਕਿ 12,500 ਜੋ ਅਧਿਆਪਕ ਪੱਕੇ ਕੀਤੇ ਜਾਣੇ ਨੇ। ਅੱਜ ਸੀਐਮ ਭਗਵੰਤ ਮਾਨ ਇਹਨਾਂ ਅਧਿਆਪਕਾਂ ਨੂੰ ਖੁਦ ਲੈਟਰਸ ਵੰਡਣਗੇ। ਦੱਸਦੇ ਕਿ ਸੀਐਮ ਖੁਦ ਵੰਡਣਗੇ ਪੱਕੇ ਕਰਨ ਦੇ ਲੈਟਰਸ ਤੇ ਸਵੇਰੇ 11 ਵਜੇ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਆ ਸਮਾਗਮ ਰੱਖਿਆ ਗਿਆ ਤੇ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸੱਜੇ ਪਾਸੇ ਵਿਖਾ ਵੀ ਰਹੇ ਨੇ। ਇਹਨਾਂ ਦੀ ਜੋ ਸੈਲਰੀ ਹੈ ਉਸ 'ਚ ਵੀ ਬੰਪਰ ਇਜ਼ਾਫਾ ਕੀਤਾ ਗਿਆ ਹੈ। ਜੇ ਅਸੀਂ ਗੱਲ ਕਰੀਏ ਤੇ ਪਹਿਲਾਂ ਜਿਨ੍ਹਾਂ ਨੂੰ 3,500 ਮਿਲਦਾ ਸੀਗਾ ਉਹਨਾਂ ਨੂੰ ਹੁਣ 15,000 ਰੁਪਏ ਦਿੱਤਾ ਜਾਏਗਾ। ਉੱਥੇ 6,000 ਜਿਨ੍ਹਾਂ ਨੂੰ ਮਿਲਦਾ ਸੀਗਾ ਉਹਨਾਂ ਨੂੰ 18,000 ਮਿਲੇਗਾ। ਇਸ ਦੇ ਨਾਲ ਹੀ ਜਿਨ੍ਹਾਂ ਅਧਿਆਪਕਾਂ ਨੂੰ ਕੱਚੇ ਅਧਿਆਪਕਾਂ ਨੂੰ 5500 ਮਿਲਦਾ ਸੀਗਾ ਉਹਨਾਂ ਨੂੰ 15,000 ਮਿਲਿਆ ਜਾਏਗਾ ਤੇ 9500 ਜਿਨ੍ਹਾਂ ਨੂੰ ਮਿਲਦਾ ਸੀਗਾ ਉਹਨਾਂ ਨੂੰ 20,500 ਮਿਲੇਗਾ ਹੁਣ। ਤੇ ਜਿਨ੍ਹਾਂ ਨੂੰ ਅਧਿਆਪਕਾਂ ਨੂੰ ਪਹਿਲਾਂ 10,200 ਮਿਲਦਾ ਸੀਗਾ ਤੇ ਉਹਨਾਂ ਨੂੰ ਹੁਣ 22,000 ਮਿਲੇਗਾ। ਇਸ ਦੇ ਨਾਲ ਹੀ ਜਿਨ੍ਹਾਂ ਕੱਚੇ ਅਧਿਆਪਕਾਂ ਨੂੰ 11,000 ਮਿਲਦਾ ਸੀਗਾ ਤੇ ਹੁਣ 23,500 ਮਿਲੇਗਾ ਤੇ ਬੰਪਰ ਇਜ਼ਾਫਾ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਸੈਲਰੀ 'ਚ ਕੀਤਾ ਗਿਆ ਹੈ ਤੇ ਕੱਚੇ ਅਧਿਆਪਕਾਂ ਲਈ ਅੱਜ ਬੇਹੱਦ ਹੀ ਵੱਡਾ ਦਿਨ ਹੈ। ਸੀਐਮ ਭਗਵੰਤ ਮਾਨ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਪਹੁੰਚਣਗੇ ਤੇ ਉੱਥੇ ਇਹਨਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਲੈਟਰ ਸੀਐਮ ਭਗਵੰਤ ਮਾਨ ਖੁਦ ਵੰਡਣਗੇ। ਗਵਰਨਰ ਤੇ ਸੀਐਮ ਦੇ ਵਿਚਾਲੇ ਤਕਰਾਰ
लगातार जारी है, वार पलटवार लगातार जारी है ਤੇ ਸਪੈਸ਼ਲ ਸੈਸ਼ਨ ਤੇ ਹੁਣ ਗਵਰਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਵਰਨਰ ਨੇ ਕਿਹਾ ਕਿ ਜੇ ਸੈਸ਼ਨ ਗੈਰ ਕਾਨੂੰਨੀ ਤਾਂ ਕੰਮ ਵੀ ਗੈਰ ਕਾਨੂੰਨੀ। ਸੀਐਮ ਕੋਲ ਸੰਵਿਧਾਨ ਦੀ ਅਲੱਗ ਕਾਪੀ ਹੋਏਗੀ, ਗਵਰਨਰ ਕਹਿੰਦੇ ਹੋਏ ਨਜ਼ਰ ਆਏ। ਉੱਥੇ ਹੀ ਸੀਐਮ ਨੇ ਕਿਹਾ ਸੀਗਾ ਕਿ ਚਾਰੇ ਬਿੱਲ ਪਾਸ ਹੋਣਗੇ। ਇੰਤਜ਼ਾਰ ਕੋ ਕਾਬਿਲੇ ਗੌਰ ਹੈ ਕਿ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਗਵਰਨਰ ਨੇ ਕਿਹਾ ਕਿ ਜੋ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ ਉਹ ਇਲੀਗਲ ਹੈ ਤੇ ਸੀਐਮ ਭਗਵੰਤ ਮਾਨ ਦਾ ਜਵਾਬ ਆਇਆ ਸੀਗਾ ਕਿ ਚਾਰੇ ਬਿੱਲ ਹੋਣਗੇ ਪਾਸ, ਇੰਤਜ਼ਾਰ ਕਰੋ। ਕੰਮ 'ਚ ਦਖਲ ਦੇਣ ਦੀ ਮਿਸਾਲ ਦਿਓ, ਗਵਰਨਰ ਨੇ ਕਿਹਾ। ਗਵਰਨਰ ਕਹਿੰਦੇ ਨਜ਼ਰ ਆਏ ਕਿ ਸੰਵਿਧਾਨ ਦਾ ਦਾਇਰਾ ਦੱਸਣਾ ਕੋਈ ਦਖਲ ਨਹੀਂ ਹੁੰਦਾ। ਮੈਂ ਨਿਯਮਾਂ ਦਾ ਪਾਲਨ ਕਰਦਾ ਹਾਂ ਤੇ ਮੈਨੂੰ ਸੁਪਰੀਮ ਕੋਰਟ ਦੇ ਜੱਜ ਦਾ ਸਰਟੀਫਿਕੇਟ मिलिया हुआ है। वार पलटवार कितना किते लगातार जारी है, तकरार लगातार जारी है। रिपोर्ट आ जाएगी पर जो भी होगा वो फिक्स है नॉर्म्स इनके। कैसे हो सकते हैं? इट सच ए सिंपल थिंग है, इवन ए लेमैन कैन अंडरस्टैंड। आप तो जर्नलिस्ट हैं। यदि ये सेशन यदि लीगल है तो उसका जो काम किया हुआ है वो तो रह नहीं सकता ना लीगल। देयर इज नो रीजन। यदि मैं बोल रहा हूं कि आपका 2 दिन का यह सेशन इज नॉट एज पर द लॉ, इलीगल है, मैं यदि बोल रहा हूं तो मैं कॉन्स्टिट्यूशन के बेसिस पे बोल रहा हूं ना। आपने गलती बुला लिया तो आपने कबूल करना चाहिए कि हमारा गलत हो गया। ऑन द कॉन्ट्री आप 4 बातें हैं 167 में लिखा हुआ है, सेक्शन 167 में, कि चीफ मिनिस्टर इज बाउंड टू रिप्लाई क्वेरीज ऑफ द गवर्नर। बाउंड टू रिप्लाई कॉन्स्टिट्यूशन में है 167। जब कॉन्स्टिट्यूशन में है और आप विधानसभा में यूँ बोलते हो कि ये गवर्नर के इतने जमा हो गए हमारे पास, रिप्लाई तो देते नहीं और ऊपर से बोलते हो ये लव लेटर बहुत लिखने की आदत है इनको। इज दिस नॉट ए कंटेम्प्ट ऑफ द गवर्नर? अच्छा लगता क्या गवर्नर के बारे में अननेसेसरली? उन्होंने कहा है कि एक्सटेंडेड सेशन है तो एक्सटेंडेड सेशन में स्पीकर को पावर है कि वो गवर्नर की परमिशन की ज़रूरत नहीं है। दैट इज ट्रू। पर एक्सटेंडेड कब होता है? एक्सटेंडेड जब होता है कि जैसे कि सेशन चालू है, बिजनेस कुछ बाकी रह गया तो सेक्शन एक्सटेंड कर दिया कि भाई एक्सटेंडेड सेशन में ये बिजनेस को कंप्लीट करेंगे। तो दैट वाज द बजट सेशन। आप समझो, बजट सेशन बुलाया गया था, बजट पास हो गया, बजट पे डिबेट हो गई। ਤੇ ਸੀਐਮ ਤੇ ਗਵਰਨਰ ਵਿਚਾਲੇ ਜੋ ਹੈ ਤਕਰਾਰ ਕਿਤਨਾ ਕਿਤੇ ਜਾਰੀ ਹੈ। ਉੱਥੇ ਹੀ ਗਵਰਨਰ ਦਾ ਕਹਿਣਾ ਸੀਗਾ ਕਿ ਅੱਜ ਜੋ ਸੈਸ਼ਨ ਬੁਲਾਇਆ ਗਿਆ ਹੈ ਆ ਇਲੀਗਲ ਸੀਗਾ, 4 ਬਿੱਲਾਂ ਦਾ ਬਜਟ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਬਜਟ ਇਜਲਾਸ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਸੀਗੀ ਤੇ ਮੁੜ ਤੋਂ ਗਵਰਨਰ ਦਾ ਜਵਾਬ ਆਇਆ ਹੈ ਕਿ ਸੀਐਮ ਕੋਲ ਸੰਵਿਧਾਨ ਦੀ ਕੋਈ ਅਲੱਗ ਕਾਪੀ ਹੋਏਗੀ ਕਿਉਂਕਿ ਅੱਜ ਜੋ ਵੀ ਸੈਸ਼ਨ ਬੁਲਾਇਆ ਗਿਆ ਸੀਗਾ ਆ ਇਲੀਗਲ ਹੈ ਤੇ ਜੋ ਵੀ ਇਸ ਸੈਸ਼ਨ 'ਚ ਕੰਮ ਕੀਤਾ ਗਿਆ ਸੀਗਾ ਉਹ ਕਾਨੂੰਨ ਦੀ ਉਲੰਘਣਾ ਤੇ ਵਾਰ ਪਲਟਵਾਰ ਕਿਤਨਾ ਤੇ ਜਾਰੀ ਹੈ। ਆ ਥੰਮਣ ਦਾ ਨਾਮ ਨਹੀਂ ਲੈ ਰਿਹਾ। ਫਿਰ ਤੋਂ ਇੱਕ ਵਾਰ ਸੀਐਮ ਤੇ ਗਵਰਨਰ ਆਮੋ ਸਾਹਮਣੇ ਨਜ਼ਰ ਆ ਰਹੇ ਨੇ। ਹੁਣ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਤੇ ਮਨਪ੍ਰੀਤ ਸਿੰਘ ਬਾਦਲ ਦੇ ਵਿਚਾਲੇ ਸ਼ਬਦੀ ਤਕਰਾਰ ਦੀ। ਸੀਐਮ ਦਾ ਮਨਪ੍ਰੀਤ ਬਾਦਲ ਨੂੰ ਜਵਾਬ ਆਇਆ ਹੈ। ਉੱਥੇ ਸੀਐਮ ਨੇ ਲਿਖਿਆ ਹੈ ਕਿ ਇਮਾਨਦਾਰੀਆਂ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਨੂੰ ਤੁਹਾਡੇ ਬਾਗਾਂ ਦੇ ਕੱਲੇ-ਕੱਲੇ ਕੀਨੂ ਦਾ ਪਤਾ ਹੈ। ਸੀਐਮ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਗੱਡੀ ਆਪ ਚਲਾਉਣਾ, ਟੋਲ ਟੈਕਸ ਦੇਣਾ ਡਰਾਮੇ ਨੇ, ਤੁਹਾਡੀ ਭਾਸ਼ਾ 'ਚ ਸ਼ੇਰ ਹਾਜ਼ਰ ਹੈ। ਸੀਐਮ ਭਗਵੰਤ ਮਾਨ ਨੇ ਸ਼ੇਰ ਲਿਖਿਆ ਹੈ ਕਿ
तू इधर उधर की बात ना कर, ये बता काफिला क्यों लुटा, मुझे हर्जनों से गिला नहीं, तेरी रहबरी का सवाल है, जवाब दी उड़ीक रहेगी। ਤੇ ਸੀਐਮ ਭਗਵੰਤ ਮਾਨ ਨੇ ਕਿਤਨਾ ਕਿਤੇ ਸ਼ਬਦੀ ਵਾਰ ਕੀਤਾ ਹੈ ਮਨਪ੍ਰੀਤ ਬਾਦਲ ਦਾ। ਕਾਬਿਲੇ ਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਬਾਦਲ ਨੂੰ ਬਠਿੰਡਾ ਵਿਜੀਲੈਂਸ ਨੇ ਤਲਬ ਕੀਤਾ ਸੀਗਾ ਸਵਾਲ ਜਵਾਬ ਕਰਨ ਲਈ, ਤੇ ਉਸ ਦੇ ਬਾਅਦ ਮਨਪ੍ਰੀਤ ਬਾਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ। ਪ੍ਰੈਸ ਕਾਨਫਰੰਸ ਤੇ ਕਿਤਨਾ ਕਿਤੇ ਵਰਦੇ ਨਜ਼ਰ ਆਏ ਸੀ ਸੀਐਮ ਭਗਵੰਤ ਮਾਨ ਤੇ ਸਰਕਾਰ ਤੇ। ਉਹਨਾਂ ਦਾ ਕਹਿਣਾ ਸੀਗਾ ਮਨਪ੍ਰੀਤ ਬਾਦਲ ਦਾ ਕਿ ਸੀਐਮ ਭਗਵੰਤ ਮਾਨ ਤੇ ਵਿਜੀਲੈਂਸ ਤੋਂ ਮੈਂ ਨਹੀਂ ਡਰਦਾ ਤੇ ਜੋ ਵੀ ਕਰਨਾ ਹੈ ਉਹ ਕਰ ਲਵੋ, ਕਿਤੇ ਸੀਐਮ ਭਗਵੰਤ ਮਾਨ ਦੇ ਦਿਲ 'ਚ ਕੋਈ ਕਸਕ ਨਾ ਰਹਿ ਜਾਵੇ ਕਿ ਮਨਪ੍ਰੀਤ ਬਾਦਲ ਦਾ ਕੁਝ ਮਾੜਾ नहीं किया। ते हुण सीएम भगवंत मान दे वल्लों जो है तिखा शब्दी हमला किया गया है। तो ही ट्वीट किया गया है सीएम भगवंत मान दे वल्लों। उन्होंने लिखा है कि मनप्रीत बादल जी ईमानदारी दियां बहुतियां उदाहरणां ना दिओ, मैनू तुहाडे बागां दे कल्ले कल्ले कीनू दा पता है, अपनी गड्डी आप चलाउणा, टोल टैक्स देना, ये सब ड्रामे ने, तुहाडी भाषा च शेर हाजिर है, जवाब दी उड़ीक रहेगी। उन्होंने शेर लिखा है कि तू इधर उधर की बात ना कर, ये बता कि काफिला क्यों लुटा, मुझे रहजनों से गिला नहीं, तेरी रहबरी का सवाल है। हुण नजरां टिकियां रहणगियां कि मनप्रीत बादल की जवाब दिंदे ने। उत्थे मनप्रीत सिंह बादल दा 24 जुलाई दा ਉਹ ਬਿਆਨ ਸੁਣੋ ਜੋ ਉਹਨਾਂ ਬਠਿੰਡਾ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਬਾਅਦ ਦਿੱਤਾ ਸੀ। ਭਗਵੰਤ ਮਾਨ ਨੂੰ ਮੇਰਾ ਸੁਨੇਹਾ ਕਿ ਭਗਵੰਤ, ਨਾ ਤਾਂ ਮੈਂ ਤੇਥੋਂ ਡਰਦਾ ਤੇ ਨਾ ਮੈਂ ਤੇਰੀ ਵਿਜੀਲੈਂਸ ਤੋਂ ਡਰਦਾ, ਔਰ ਭਗਵੰਤ ਮੈਂ ਤੈਨੂੰ ਨਸੀਹਤ ਵੀ ਕਰੂੰਗਾ ਕਿ ਜਿੰਨੀ ਤੇਰੀ ਹੈਸੀਅਤ ਹੈ ਔਰ ਜਿੰਨੀ ਤੇਰੀ ਔਕਾਤ ਹੈ, ਤੇਰੇ ਮਨ 'ਚ ਨਾ ਰਹਿ ਜੇ ਯਾਰ ਕਿ ਮੈਂ ਸੀਐਮ ਬਣਿਆ ਸੀ ਤੇ ਮੈਂ ਮਨਪ੍ਰੀਤ ਦਾ ਨੁਕਸਾਨ ਨਹੀਂ ਕਰ ਸਕਿਆ ਜਾਂ ਮਨਪ੍ਰੀਤ ਨੂੰ ਮੈਂ ਬਰਬਾਦ ਨਹੀਂ ਕਰ ਸਕਿਆ। ਤੇ ਮੈਨੂੰ ਤੂੰ ਰਾਜਾ ਵਿਡਿੰਗ ਨਾ ਸਮਝ ਲਈ ਕਿ ਅੱਧੀ ਰਾਤ ਨੂੰ ਟੋਪੀ ਪਾ ਕੇ ਮਾਸਕ ਪਾ ਕੇ ਤੇ ਮੈਂ ਤੇਰੇ ਗੋਡੇ ਹੱਥ ਲਾ ਦੂੰਗਾ। ਇਹ ਮੇਰੀ ਫਿਤਰਤ 'ਚ ਹੈ ਨਹੀਂ। ਵਜ਼ਾਰਤ ਅਤੇ ਵਿਰੋਧੀ ਧਿਰਾਂ ਦੇ ਵਿਚਾਲੇ ਸਿਆਸੀ ਟਕਰਾਅ ਇਸ ਵੇਲੇ ਪੂਰੇ ਦੇਸ਼ 'ਚ ਵੱਖਰੇ ਰੂਪ 'ਚ ਨਜ਼ਰ ਆ ਰਿਹਾ ਹੈ। ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਦੀ ਦਸਤਕ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਦਿੱਲੀ 'ਚ ਸੰਸਦ ਭਵਨ ਦੇ ਬਾਹਰ ਵਿਰੋਧੀਆਂ ਦੇ ਪ੍ਰਦਰਸ਼ਨ ਤੱਕ ਹਰ ਪਾਸੇ ਇਸ ਟਕਰਾਅ ਦੀ ਤਸਵੀਰ ਨਜ਼ਰ ਆਈ। ये लोग कह रहे हैं यूपीए इज इंडिया, इंडिया इज यूपीए। ਪ੍ਰਧਾਨ ਮੰਤਰੀ ਮੋਦੀ ਦਾ ਰਾਜਸਥਾਨ ਦੇ ਸੀਕਰ ਤੋਂ ਸਿਆਸੀ ਵਿਰੋਧੀਆਂ ਦੇ ਗੱਠਜੋੜ ਤੇ ਲਾਇਆ ਇਹ ਨਿਸ਼ਾਨਾ ਸਿੱਧਾ ਜਾ ਕੇ ਦਿੱਲੀ ਵਿੱਚ ਵੱਜਿਆ। ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਤੇ ਸਵਾਲ ਖੜਾ ਕੀਤਾ ਤਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐਸਐਸ ਨੂੰ ਨਿਸ਼ਾਨੇ ਤੇ ਲਿਆ। ਕਿਹਾ ਇਹ ਪੰਜਾਬ, ਹਰਿਆਣਾ ਤੇ ਦੇਸ਼ ਤੱਕ ਨੂੰ ਵੀ ਸਾੜ ਸਕਦੇ ਨੇ ਸੱਤਾ ਦੇ ਲਈ। कांग्रेस और उसके साथियों की जमात ऐसी फ्रॉड कंपनियों की नकल कर रही है। यूपीए के कुकर्म लोगों को याद न आए, इसलिए इन्होंने अपना नाम यूपीए से बदलकर INDIA कर दिया। वो सिर्फ सत्ता चाहते हैं और सत्ता के लिए वो कुछ भी कर देंगे। मणिपुर को जला देंगे, बाकी देश को जला देंगे। इनको देश के दर्द से कुछ फर्क नहीं पड़ता, दुख से कोई फर्क नहीं पड़ता, इनको सिर्फ सत्ता चाहिए। आरएसएस के लोगों को, बीजेपी के लोगों को कोई दर्द नहीं हो रहा। ਦਿੱਲੀ ਦੇ ਵਿੱਚ ਰਾਹੁਲ ਇਕੱਲੇ ਨਹੀਂ, ਸਗੋਂ ਉਹਨਾਂ ਦੇ ਸੁਰ ਦੇ ਵਿੱਚ ਸੁਰ ਮਿਲਾਉਂਦਾ ਨਜ਼ਰ ਆਇਆ ਵਿਰੋਧੀ ਧਿਰਾਂ ਦਾ ਗੱਠਜੋੜ ਇੰਡੀਆ। ਮਣੀਪੁਰ ਦੇ ਮੁੱਦੇ ਤੇ ਸੰਸਦ ਦੇ ਬਾਹਰ ਕਾਲੇ ਕੱਪੜੇ ਪਾ ਕੇ ਇਸ ਗੱਠਜੋੜ ਦੇ ਆਗੂਆਂ ਨੇ ਪ੍ਰਦਰਸ਼ਨ ਕੀਤਾ ਅਤੇ ਪਾਰਟੀ ਦੇ ਸਸਪੈਂਡ ਕੀਤੇ ਸਾਂਸਦ ਸੰਜੇ ਸਿੰਘ ਦੇ ਨਾਲ ਖੜਨ ਦੇ ਲਈ ਪਹੁੰਚ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ। ਸੰਜੇ ਸਿੰਘ ਦੀ ਸਸਪੈਂਸ਼ਨ ਦੇ ਨਾਲ-ਨਾਲ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਨੂੰ ਵੀ ਗਲਤ ਕਰਾਰ ਦਿੱਤਾ। ਉਧਰ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਇਸ ਗੱਠਜੋੜ ਤੇ ਪਲਟਵਾਰ ਕਰਦਿਆਂ ਕਿਹਾ ਕਿ ਇਸ ਗੱਠਜੋੜ ਦੇ ਆਗੂਆਂ ਦੇ ਮਨ ਤਾਂ ਕਾਲੇ ਸੀ ਹੀ, ਇਹਨਾਂ ਨੇ ਕੱਪੜੇ ਵੀ ਕਾਲੇ ਪਾ ਲਏ। जब मौका प्रॉपर नहीं मिलता तो फिर थोड़ा रिएक्शन होता है। तो इसका मतलब ये थोड़ी है कि आप चलो जी आपको पूरे सत्र के लिए सस्पेंड किया जाता है। राहुल गांधी को एक गुजरात की छोटी सी कोर्ट ने फैसला दे दिया, चलो जी आप MP नहीं रहोगे। जिन्होंने सत्ता के लिए ना जाने कितने
बेकसूर लोगों को आज तक मरवा दिया इस देश में और सत्ता हासिल करने के लिए किसी हद तक गिर सकते हैं, वो किस मुंह से आज ये सवाल कर रहे हैं, मुझे बड़ी हैरानगी हुई है। राहुल जी, आपको अपने माता जी से, सोनिया गांधी जी से ये सवाल पूछना चाहिए, आपको कांग्रेस से ये सवाल पूछना चाहिए कि क्या कांग्रेस और गांधी परिवार सत्ता हासिल करने के लिए किसी कदर भी गिर सकता है, बेकसूर लोगों को मरवा सकता है। ਕਾਲੇ ਕੱਪੜੇ ਪਾ ਕੇ ਤੁਰਿਆ ਗੱਠਜੋੜ ਇੰਡੀਆ ਅਤੇ ਦੂਜੇ ਪਾਸੇ ਸਿਆਸੀ ਜੰਗ ਦੇ ਵਿੱਚ ਰਾਜਸਥਾਨ ਦੇ ਵਿੱਚ ਮੋਰਚਾ ਖੋਲ ਕੇ ਵਿਰੋਧੀਆਂ ਨੂੰ ਘੇਰ ਰਹੇ ਪ੍ਰਧਾਨ ਮੰਤਰੀ ਮੋਦੀ। ਦੋਵਾਂ ਚੋਂ ਆਮ ਜਨਤਾ ਕਿਸ ਦੇ ਤਰਕ ਅਤੇ ਤਕਰੀਰ ਨੂੰ ਤਵੱਜੋ ਦਿੰਦੀ ਹੈ, ਇਹ ਵੇਖਣਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।